ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨ ਕੀਜੇ। ਨਾਲ ਕਿਰਾੜਾਂ ਦੋਸਤੀ, ਕੂੜੀ ਕੂੜੇ ਪਾਏ। ਮਰਨ ਜਾਪੇ ਮੂਲਿਆ, ਆਵੇ ਕਿਤੇ ਥਾਏ। ਗਿਆਨਹੀਨੰ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ। ਸੱਚ ਬਿਨ ਸਾਖੀ, ਮੂਲੋਂ ਨਾ ਬਾਕੀ। ਮਾਣੂ ਘੱਲੇ ਉੱਠੀ ਚੱਲੇ, ਸਾਧ ਨਹੀਂ ਵੇਹੀ ਗੱਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਜਿਹੜੀ ਲੜੀਵਾਰ ਕਥਾ ਚੱਲ ਰਹੀ ਆ, ਉਹਦੇ ਵਿੱਚੋਂ ਹਟ ਕੇ ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵਾ। 9 ਜੁਲਾਈ ਨੂੰ 1734 ਦੇ ਵਿੱਚ ਉਹਨਾਂ ਦਾ ਸ਼ਹੀਦੀ ਦਿਹਾੜਾ ਹੋਇਆ ਸੀ। ਭਾਈ ਸਾਹਿਬ ਦੀ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਦੀ ਬੜੀ ਵੱਡੀ ਦੇਣ ਹੈ, ਇਸੇ ਤਰ੍ਹਾਂ ਭਾਈ ਮਨੀ ਸਿੰਘ ਦੀ ਬਹੁਤ ਵੱਡੀ ਦੇਣ ਆ ਕੌਮ ਨੂੰ। ਥੋੜ੍ਹੀ ਨਹੀਂ ਹੈ, ਇਕੱਲੀ ਸ਼ਹੀਦੀ ਨਹੀਂ ਹੈ। ਉਹਨਾਂ ਨੇ ਕਲਗੀਧਰ ਦੇ ਨਾਲ ਹੋ ਕੇ 2 ਜੰਗਾਂ ਵੀ ਲੜੀਆਂ ਨੇ। ਇਕੱਲੀਆਂ ਜੰਗਾਂ ਨਹੀਂ ਲੜੀਆਂ, ਉਹਨਾਂ ਨੇ ਕਲਮ ਫੜ ਕੇ ਪੋਥੀਆਂ ਵੀ ਲਿਖੀਆਂ। ਇਕੱਲੀਆਂ ਪੋਥੀਆਂ ਨਹੀਂ ਲਿਖੀਆਂ, ਬਹੁਤ ਵੱਡਾ ਅੰਮ੍ਰਿਤ ਪ੍ਰਚਾਰ ਵੀ ਕੀਤਾ ਉਹਨਾਂ ਨੇ। ਜੇ ਉਸ ਸਮੇਂ ਕੋਈ ਪੰਥ ਦੇ ਵਿੱਚ, ਜਦੋਂ ਪੰਥ ਦੀ ਹਾਲਤ ਬੜੀ ਡਾਵਾਂਡੋਲ ਸੀ, ਜੇ ਉਸ ਸਮੇਂ ਕੋਈ ਥੰਮ ਸੀ ਤੇ ਉਹ ਸੀ ਭਾਈ ਮਨੀ ਸਿੰਘ ਜੀ। ਜਦੋਂ ਦਿੱਲੀ ਦੇ ਬਾਦਸ਼ਾਹ ਦੇ ਹੁਕਮ ਮੁਤਾਬਕ ਸਿੱਖੀ ਦਾ ਖੁਰਾ ਖੋਜ ਮਿਟਾਉਣ ਦੇ ਹੁਕਮ ਜਾਰੀ ਹੋਏ ਸਨ, ਉਸ ਸਮੇਂ ਜੇ ਕਿ ਸਿੱਖਾਂ ਨੂੰ ਕੋਈ ਆਸ ਸੀ, ਜੋ ਸਿੱਖੀ ਦੀ ਸਿੱਖ ਜਿਸ ਦੀ ਗੱਲ ਮੰਨਦੇ ਸਨ, ਉਹ ਸਨ ਭਾਈ ਮਨੀ ਸਿੰਘ। ਬੜੇ ਹਰਮਨ ਪਿਆਰੇ ਭਾਈ ਮਨੀ ਸਾਹਿਬ ਸਨ। ਇਹਨਾਂ ਦਾ ਜਿਹੜਾ ਜੱਦੀ ਪਿੰਡ ਵਾ, ਇਹ ਕਰੀਬ ਇਹਨਾਂ ਦੀ ਉਮਰ 90 ਸਾਲ ਦੀ ਹੈ ਜਦੋਂ ਸ਼ਹੀਦ ਹੁੰਦੇ ਨੇ। ਵੇਖ ਲਓ, 90 ਸਾਲ ਦਾ ਬਜ਼ੁਰਗ, ਅੱਜ ਦਾ 90 ਸਾਲ ਦਾ ਬਜ਼ੁਰਗ ਦੇਖ ਲਓ। ਇਹਨਾਂ ਦਾ ਜਿਹੜਾ ਜੱਦੀ ਪਿੰਡ ਹੈ, ਉਹ ਅਲੀਪੁਰ ਵਾ, ਮੁਲਤਾਨ ਦੇ ਲਾਗੇ। ਇਹ ਸਿੱਖੀ ਬੜੀ ਦੂਰ ਤੱਕ ਬਾਬੇ ਨਾਨਕ ਦੀ ਫੈਲੀ ਹੋਈ ਸੀ। ਇਹ ਸੁੰਗੜੀ ਗਈ। ਇੱਕ ਤੇ ਗੁਜਰਾਤ ਤੋਂ ਭਾਈ ਮੋਹਕਮ ਚੰਦ ਵਰਗੇ ਆਉਂਦੇ ਨੇ, ਉੜੀਸਾ ਤੋਂ ਉਹ ਭਾਈ ਹਿੰਮਤ ਰਾਏ ਜੀ ਆਉਂਦੇ ਨੇ। ਬੜੀ ਦੂਰ ਤੱਕ ਸੀ ਬਾਬੇ ਨਾਨਕ ਦੀ ਸਿੱਖੀ। ਇਹ ਸਮੇਂ ਦੇ ਮੁਤਾਬਕ ਵਾਧੇ ਘਾਟੇ ਹੁੰਦੇ ਰਹਿੰਦੇ ਨੇ। ਕਦੀ ਕੋ ਫੈਲ ਜਾਂਦਾ, ਕਦੀ ਕੋ ਸੁੰਗੜ ਜਾਂਦਾ। ਇਹ ਸੰਸਾਰ ਹੈ, ਜੈਸੇ ਜਲ ਤੇ ਬੁੱਧ ਬਦਾ ਉਪਜੇ ਬਿਨ ਸੇ ਨੀਤ। ਜਗ ਰਚਨਾ ਤੈਸੇ ਰਚੀ, ਕਉ ਨਾਨਕ ਸੁਣ ਮੀਤ।
ਕਦੀ ਬੁਲਬੁਲੇ ਬੁਲਬੁਲੇ ਪਾਣੀ 'ਤੇ ਕਦੀ ਇਕੱਲਾ ਹੀ ਪਾਣੀ ਰਹਿ ਜਾਂਦਾ, ਅਤੇ ਸਮਾਂ ਆਉਂਦਾ ਪਾਣੀ ਵੀ ਸੁੱਕ ਜਾਂਦਾ, ਇਕੱਲਾ ਸੁੱਕਾ ਛੱਪੜ ਹੀ ਰਹਿ ਜਾਂਦਾ। ਇਹ ਤਾਂ ਉਸ ਦੀ ਰਚਨਾ ਹੈ, ਜਿਸ ਦੀ ਰਚਨਾ ਸੋਭਿਤ ਜਾਣੇ। ਇਹ ਮੁਲਤਾਨ ਦੇ ਲਾਗੇ ਪਿੰਡ ਆ ਅਲੀਪੁਰ, ਉੱਥੋਂ ਦੇ ਰਹਿਣ ਵਾਲੇ ਨੇ। ਪਿਤਾ ਦਾ ਨਾਂ ਮਾਈ ਦਾਸ ਹੈ, ਮਾਤਾ ਦਾ ਨਾਂ ਮਧਰੀ ਬਾਈ ਹੈ, ਅਤੇ ਇਹਨਾਂ ਦੇ ਦਾਦੇ ਦਾ ਨਾਂ ਇਤਿਹਾਸ ਨੇ ਭਾਈ ਬੱਲੂ ਲਿਖਿਆ ਹੈ। ਇਹ ਭਾਈ ਬੱਲੂ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਰਹਿੰਦਾ ਹੈ ਅਤੇ ਸ਼ਹੀਦੀ ਪ੍ਰਾਪਤ ਕਰਦੇ ਨੇ। ਅਤੇ ਭਾਈ ਬੱਲੂ ਦਾ ਪੁੱਤਰ ਸੀ ਮਾਈ ਦਾਸ। ਇਹ ਭਾਈ ਮਨੀ ਸਿੰਘ ਦੇ ਪਿਤਾ ਜੀ ਨੇ ਭਾਈ ਮਾਈ ਦਾਸ ਜੀ। ਅਤੇ ਇਹ ਜਦੋਂ ਇਹਨਾਂ ਦੀ 10 ਸਾਲ ਦੀ ਉਮਰ ਹੋਈ ਭਾਈ ਮਨੀਆਂ ਦੀ, ਮਨੀ ਸਿੰਘ ਤੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕ ਕੇ ਮਨੀ ਸਿੰਘ ਬਣਦੇ ਨੇ। ਜਿਹੜਾ ਪਹਿਲਾ ਉਹ ਮਨੀਆਂ ਹੈ। ਇਹ ਜਦੋਂ 10 ਸਾਲ ਦੇ ਹੋਏ ਨਾ, ਅਤੇ ਇਹਨਾਂ ਦੇ ਪਿਤਾ ਭਾਈ ਮਾਈ ਦਾਸ ਜੀ ਇਹਨਾਂ ਨੂੰ ਲੈ ਕੇ ਮੁਲਤਾਨ ਤੋਂ ਤੁਰੇ ਨੇ। ਕੀਰਤਪੁਰ ਸਾਹਿਬ ਦੀ ਧਰਤੀ ਉੱਤੇ 7ਵੇਂ ਪਾਤਸ਼ਾਹ ਬੈਠੇ ਹੋਏ ਨੇ ਹਰ ਰਾਏ ਜੀ, ਉਹਨਾਂ ਦੀ ਸੇਵਾ ਵਿੱਚ ਹਾਜ਼ਰ ਕਰ ਦਿੱਤਾ। ਅਤੇ ਜਦੋਂ ਭਾਈ ਮਨੀ ਸਿੰਘ 10 ਸਾਲ ਦੇ ਸਨ, ਮੱਥਾ ਟੇਕਿਆ ਰਾਏ ਸਾਹਿਬ ਨੂੰ, ਅਤੇ ਹੋਣਹਾਰ ਨੂੰ 7ਵੇਂ ਪਾਤਸ਼ਾਹ ਨੇ ਪਹਿਚਾਣ ਲਿਆ। ਇਹ ਤਾਂ ਬਹੁਤ ਵੱਡਾ ਕੌਮ ਦਾ ਹੀਰਾ ਬਣੂਗਾ ਸਮੇਂ ਦੇ ਨਾਲ। ਰਾਏ ਸਾਹਿਬ ਨੇ ਉਹਨਾਂ ਨੂੰ ਪਛਾਣ ਲਿਆ, ਉਹਦਾ ਮਸਤਕ ਵੇਖ ਲਿਆ ਵੀ ਬੱਚਾ ਹੋਣਹਾਰ ਹੈ। ਬੱਚਾ 13 ਸਾਲ ਦੀ ਉਮਰ ਵਿੱਚ ਇੱਥੇ ਸੇਵਾ ਕਰਦੇ ਨੇ, 10 ਸਾਲ ਦੀ 12 ਸਾਲ ਦੀ ਉਮਰ ਦੇ ਵਿੱਚ। ਜਦੋਂ ਜੋਤੀ ਜੋਤ ਸਮਾ ਜਾਂਦੇ ਨੇ 7ਵੇਂ ਪਾਤਸ਼ਾਹ, ਤੇ ਭਾਈ ਮਨੀਆਂ ਜੀ ਮੁੜ ਕੇ ਸੇਵਾ 'ਚ ਹਾਜ਼ਰ ਹੋ ਜਾਂਦੇ ਨੇ। 8ਵੇਂ ਪਾਤਸ਼ਾਹ ਦੀ, ਹਰਕ੍ਰਿਸ਼ਨ ਸਾਹਿਬ ਜੀ ਦੀ ਸੇਵਾ 'ਚ ਹਾਜ਼ਰ ਹੋ ਜਾਂਦੇ ਨੇ। ਇਸ ਨੂੰ ਹੀ ਬਾਣੀ ਕਹਿੰਦੀ ਹੈ ਕਿ ਨਾਨਕ ਮਿਲਿਆ ਸੋ ਜਾਣੀਏ, ਗੁਰੂ ਨਾ ਛੋਡੇ ਆਪਣਾ। ਇਹ ਨਾਨਕ ਘਰ ਬੈਠਿਆਂ ਹੀ ਜੋਗ ਪਾਈਏ। ਪਾ ਲਿਓ ਜੋਗ ਜਿਹਦੇ ਕੋਲ ਪੈਂਦਾ ਘਰ ਬੈਠਿਆਂ, ਅਜੇ ਤੱਕ ਕਿਸੇ ਕੋਲ ਤਾਂ ਪਿਆ ਹੀ ਨਹੀਂ ਹੈ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਜਾਂ ਕਾਲ ਮਰਦੀ ਘਾਲੇ, ਪਵੇ ਕਬੂਲ ਖਸਮ ਨਾਲ। ਨਾਨਕ ਮਿਲਿਆ ਸੋ ਜਾਣੀਏ, ਗੁਰੂ ਨਾ ਛੋਡੇ ਆਪਣਾ। ਗੁਰੂ ਛੱਡ ਗਿਆ ਸਿੱਖ, ਉਹਦੇ ਪੱਲੇ ਹੀ ਕੀ ਫਿਰ? ਨਹੀਂ। ਪੁਰਾਤਨ ਸਮੇਂ 'ਚ ਜਿਹੜੇ ਇੱਦਾਂ ਦੇ ਸਿੰਘ ਜਥਿਆਂ 'ਚ ਰਹਿੰਦੇ ਸੀ, ਘਰ 'ਚ ਨਹੀਂ ਜਾਂਦੇ ਹੁੰਦੇ। ਅਤੇ ਜੇ ਜਾਂਦੇ ਹੁੰਦੇ ਤਾਂ ਜਦੋਂ ਮੁੜ ਕੇ ਆਉਂਦੇ ਹੁੰਦੇ ਸੀ ਤਾਂ ਉਹਨੂੰ ਤਨਖਾਹ ਲਾਈ ਜਾਂਦੀ ਸੀ ਵੀ ਤੂੰ ਘਰ ਕਿਉਂ ਗਿਆ। ਜਿੰਨਾ ਚਿਰ ਤਨਖਾਹ ਪੂਰੀ ਨਹੀਂ ਕਰ ਲੈਂਦੇ, ਭਾਈ ਰਤਨ ਸਿੰਘ ਜੀ ਭੰਗੂ ਨਹੀਂ ਲਿਖਦੇ ਨੇ, ਉਹਨਾਂ ਚਿਰ ਪੰਥ ਦੇ ਨਾਲ ਬਾਟਾ ਨਹੀਂ ਸਾਂਝਾ ਕੀਤਾ ਜਾਂਦਾ। ਇਹ ਮਰਜੀ ਬੜੇ ਲੋਕ ਸਨ ਜਿਨ੍ਹਾਂ ਨੇ ਰਾਜ ਕਾਇਮ ਕੀਤੇ, ਕਿ ਇੱਥੇ ਫੇਸਬੁੱਕਾਂ ਦੇ ਫਲਾਨਾ ਮੁਰਦਾ ਅਤੇ ਫਲਾਨਾ ਜਿੰਦਾਬਾਦ। ਇਹ ਫਿਰ ਭਾਈ ਮਨੀਆਂ ਜੀ 8ਵੇਂ ਪਾਤਸ਼ਾਹ ਦੇ ਨਾਲ ਦਿੱਲੀ ਜਾਂਦੇ ਨੇ, ਕਿਉਂਕਿ ਗੁਰੂ ਦਾ ਸੰਗ ਨਹੀਂ ਛੱਡਣਾ। ਭਾਈ ਰੂਪੇ ਨੇ ਆਪਣੇ 2 ਪੁੱਤਰਾਂ ਨੂੰ, ਭਾਈ ਧਰਮ ਸਿੰਘ ਅਤੇ ਭਾਈ ਪਰਮ ਸਿੰਘ ਨੂੰ, ਸਾਬੋ ਕੀ ਤਲਵੰਡੀ ਨੂੰ ਤੋਰਿਆ ਸੀ। ਭਾਈ ਕੇ ਰੂਪਾ ਪਿੰਡ ਵਾ ਜਿਹੜਾ, ਉੱਥੋਂ, ਅਤੇ ਹੁਕਮ ਕੀਤਾ ਸੀ ਤੁਸੀਂ 10ਵੇਂ ਪਾਤਸ਼ਾਹ ਦੇ ਕੋਲ ਚੱਲਿਓ ਅਤੇ ਵਾਪਸ ਘਰ ਨਹੀਂ ਆਉਣਾ। ਜੇ ਗੁਰੂ ਹੁਕਮ ਕਰੇਗਾ ਘਰ ਆਉਣ ਦਾ ਤਾਂ ਫਿਰ ਆਉਣਾ, ਨਹੀਂ ਤੇ ਘਰ ਨਹੀਂ ਜੀ ਆਉਣਾ। ਗੁਰੂ ਦਾ ਸਾਥ ਨਹੀਂ ਛੱਡਣਾ। ਇਹ
8ਵੇਂ ਪਾਤਸ਼ਾਹ ਦੇ ਨਾਲ ਭਾਈ ਮਨੀ ਸਿੰਘ ਦਿੱਲੀ ਜਾਂਦੇ ਨੇ ਤੇ 1664 ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਜੋਤੀ ਜੋਤ ਸਮਾਉਣ ਲੱਗੇ ਤੇ ਕਹਿਣ ਲੱਗੇ, ਬਾਬਾ ਬਸੇ ਗ੍ਰਾਮ ਬਕਾਲੇ ਬਾਰੰਗੁਰ ਸੰਗਤ ਸਗਲ ਸੰਭਾਲੇ। ਇਹਨਾਂ ਕਹਿ ਕੇ ਮੱਥਾ ਟੇਕਦਾ ਬਾਬੇ ਬਕਾਲੇ ਨੂੰ ਤੇ ਭਾਈ ਮਨੀਆਂ ਜੀ ਉੱਥੇ ਹੀ ਨੇ, ਦਿੱਲੀ ਨੇ। ਉਦੋਂ 64 ਲਾ ਲਓ ਤੇ 1644 ਕਰੀਬ 20 ਸਾਲ ਦੀ ਉਮਰ ਸੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਜੋਤੀ ਜੋਤ ਸਮਾਏ ਨੇ ਤੇ ਇਹ 20 ਸਾਲ ਦੀ ਉਮਰ 'ਚ ਸਨ ਭਾਈ ਮਨੀ ਸਿੰਘ ਹੋਰੀ। ਇਹ ਕਰੀਬ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲੋਂ ਛੋਟੇ ਨੇ, ਕਰੀਬ ਕੋਈ 22-23 ਸਾਲ ਉਮਰ ਕਰਕੇ ਭਾਈ ਮਨੀ ਸਿੰਘ ਜੀ। ਇਹ ਫਿਰ ਜਦੋਂ ਉੱਥੇ 8ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ ਤੇ ਭਾਈ ਮਨੀਆਂ ਜੀ ਫਿਰ ਉੱਥੋਂ ਜਦੋਂ ਇਸ਼ਾਰਾ ਹੋ ਗਿਆ ਬਾਬਾ ਬਸੇ ਗ੍ਰਾਮ ਬਕਾਲੇ, ਇਹ ਫਿਰ ਉੱਥੋਂ ਭਾਈ ਮਨੀਆਂ ਜੀ ਕੀਰਤਪੁਰ ਸਾਹਿਬ ਆਉਂਦੇ ਨੇ, ਨਾਲ ਸਿੱਖ ਸੰਗਤਾਂ ਨੇ, ਕਿਉਂਕਿ ਇੱਥੋਂ ਕਾਫੀ ਸੰਗਤਾਂ ਗਈਆਂ ਸੀ ਗੁਰੂ 8ਵੇਂ ਪਾਤਸ਼ਾਹ ਦੇ ਨਾਲ, ਉੱਥੇ ਜਾ ਕੇ ਜੋਤੀ ਜੋਤ ਸਮਾ ਗਏ। ਇਹ ਫਿਰ 8ਵੇਂ ਪਾਤਸ਼ਾਹ ਦੇ ਫਿਰ ਇੱਥੇ ਉੱਥੋਂ ਦਿੱਲੀ ਤੋਂ ਜਦੋਂ ਜੋਤੀ ਜੋਤ ਤੋਂ ਸਮਾਉਂਦਾ, ਫਿਰ ਸਮਾਉਣ ਤੋਂ ਬਾਅਦ ਨਾ ਫਿਰ ਇਹ ਕੀਰਤਪੁਰ ਸਾਹਿਬ ਆ ਜਾਂਦੇ ਨੇ। ਉੱਥੇ ਕੁਝ ਸਮਾਂ ਦਿੱਲੀ ਰੋਕ ਕੇ ਭਾਈ ਮਨੀ ਸਿੰਘ ਉਹਨਾਂ ਨੇ ਉੱਥੇ ਵੀ ਸਿੱਖੀ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ, ਪੋਥੀਆਂ ਲਿਖ ਕੇ ਦਿੱਤੀਆਂ। ਇਹ ਫਿਰ ਜਦੋਂ ਕੀਰਤਪੁਰ ਸਾਹਿਬ ਆਉਂਦੇ ਨੇ ਤੇ ਇਹਨਾਂ ਨੂੰ ਪਤਾ ਲੱਗਦਾ ਕਿ ਬਾਬਾ ਬਸੇ ਗ੍ਰਾਮ ਬਕਾਲੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋ ਗਏ ਨੇ। ਇਹ ਫਿਰ ਕੀਰਤਪੁਰ ਤੋਂ ਸਾਹਿਬ ਭਾਈ ਮਨੀਆਂ ਜੀ, ਜਿਹਨੂੰ ਅਸੀਂ ਸ਼ਹੀਦ ਭਾਈ ਮਨੀ ਸਾਹਿਬ ਕਹਿੰਦੇ ਹਾਂ, ਇਹ ਫਿਰ ਕੀਰਤਪੁਰ ਸਾਹਿਬ ਤੋਂ ਬਾਬੇ ਬਕਾਲੇ ਆ ਜਾਂਦੇ ਨੇ। ਇਹਨੂੰ ਕਹਿੰਦੇ ਨੇ ਗੁਰੂ ਦਾ ਪਿਆਰ। ਬਾਬੇ ਬਕਾਲੇ ਆਣ ਕੇ ਗੁਰੂ ਕੀ ਸੇਵਾ 'ਚ ਹਾਜ਼ਰ ਹੋ ਜਾਂਦੇ ਨੇ ਤੇ ਬਹੁਤਾ ਸਮਾਂ ਬਾਬੇ ਬਕਾਲੇ ਧੰਨ ਗੁਰੂ ਤੇਗ ਬਹਾਦਰ ਟਿਕਦੇ ਨਹੀਂ, ਕਿਉਂਕਿ ਜਿੱਦਣ ਪ੍ਰਗਟ ਹੋਏ ਗੋਲੀ ਉਸੇ ਦਿਨ ਹੀ ਚੱਲ ਗਈ ਸੀ। ਤੇ ਥੋੜ੍ਹੇ ਦਿਨਾਂ ਬਾਅਦ ਹੀ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ। ਇੱਥੇ ਵੀ ਝਗੜਾ ਵੇਖਿਆ ਤੇ ਇੱਥੋਂ ਵੀ ਵਾਪਸ ਮੁੜ ਜਾਂਦੇ ਨੇ। ਤੇ ਭਾਈ ਮਨੀ ਸਿੰਘ ਜੀ ਨਾਲ ਨੇ ਚੜ੍ਹਦੀ ਜਵਾਨੀ ਦੇ ਵਿੱਚ। ਇਹ ਹੋ ਸਕਦਾ ਕਿ ਜਦੋਂ ਇਹ ਦਿੱਲੀ ਗਏ ਸੀ ਨਾ 8ਵੇਂ ਪਾਤਸ਼ਾਹ ਦੇ ਨਾਲ, ਉੱਥੇ ਹੀ ਇਹਨਾਂ ਦੀ ਸ਼ਾਦੀ ਜਿਹੜੀ ਆ ਉਹ ਭਾਈ ਲੱਖੀ ਸ਼ਾਹ ਵਣਜਾਰੇ ਦੇ ਧੀ ਦੇ ਨਾਲ ਹੋ ਜਾਂਦੀ ਹੈ। ਸਬੂਤ ਨਹੀਂ ਹੈ ਪੱਕਾ ਕਿ ਉਦੋਂ ਹੀ ਹੋ ਸਕਦਾ ਇਸ ਤਰ੍ਹਾਂ ਹੀ ਹੋਇਆ ਹੋਵੇ ਕਿ ਜਦੋਂ ਦਿੱਲੀ ਗਏ ਸੀ 8ਵੇਂ ਪਾਤਸ਼ਾਹ ਦੇ ਨਾਲ, ਹੋ ਸਕਦਾ ਉਦੋਂ ਹੀ ਸ਼ਾਦੀ ਹੋ ਗਈ ਹੋਵੇ, 8ਵੇਂ ਪਾਤਸ਼ਾਹ ਨੇ ਕਰਾਤੀ ਹੋਵੇ ਜਾਂ ਉਹਨਾਂ ਤੋਂ ਬਾਅਦ ਹੋ ਗਈ ਹੋਵੇ। ਕਿਉਂਕਿ ਭਾਈ ਲੱਖੀ ਸ਼ਾਹ ਵਣਜਾਰਾ ਵੀ ਸਿੱਖ ਸੀ ਗੁਰੂ ਕਾ, ਤੇ ਹੋ ਸਕਦਾ ਇਹ ਰਿਸ਼ਤਾ ਵੀ ਸ਼ਾਇਦ 7ਵੇਂ 8ਵੇਂ ਪਾਤਸ਼ਾਹ ਨੇ ਕਰਾਇਆ ਹੋਵੇ। ਸ਼ਾਇਦ ਕੋਈ ਸਬੂਤ ਨਹੀਂ ਹੈ, ਵੈਸੇ ਆਈਡੀਆ ਹੀ ਹੈ। ਇਹ ਫਿਰ ਬਾਬੇ ਬਕਾਲੇ ਤੋਂ ਗੁਰੂ ਤੇਗ ਬਹਾਦਰ ਜੀ ਹੁਣ ਅੰਮ੍ਰਿਤਸਰ ਤੋਂ ਜਦੋਂ ਅਨੰਦਪੁਰ ਨੂੰ ਤੁਰਦੇ ਨੇ ਤੇ ਭਾਈ ਮਨੀ ਸਿੰਘ ਜੀ ਨਾਲ ਨੇ। ਉੱਥੇ ਜਾ ਕੇ ਜਦੋਂ ਅਨੰਦਪੁਰ ਸਾਹਿਬ ਸੇਵਾ ਆਰੰਭ ਹੋ ਗਈ ਆ, ਇਮਾਰਤਾਂ ਬਣਨੀਆਂ ਸ਼ੁਰੂ ਹੋ ਗਈਆਂ ਤੇ ਭਾਈ ਮਨੀ ਸਿੰਘ ਸੇਵਾ 'ਚ ਹਾਜ਼ਰ ਨੇ ਤੇ ਨਾਲ ਇਹਨਾਂ ਦੇ ਭਰਾ ਨੇ। ਇਹਨਾਂ ਦੇ ਇਹ 10 ਭਰਾ ਸਨ, 12 ਭਰਾ ਦੱਸੇ ਲੋਕ ਕਈਆਂ ਨੇ, ਤੇ 10 ਭਰਾ ਸ਼ਹੀਦ ਹੋਏ ਨੇ ਇਹਨਾਂ ਦੇ। ਉੱਥੇ ਭਾਈ ਮਨੀ ਸਿੰਘ ਆ, ਉੱਥੇ ਭਾਈ ਦਿਆਲਾ ਜੀ ਨੇ ਨਾਲ, ਤੇ ਇੱਥੇ ਸੇਵਾ ਕਰ ਰਹੇ ਨੇ, ਹਾਜ਼ਰ ਨੇ। ਤੇ ਇਹ ਗੁਰੂ ਘਰ ਦੀਆਂ ਪੋਥੀਆਂ ਗੁਰਬਾਣੀ, ਇਹਨਾਂ ਨੂੰ ਇਹ ਗਿਆਨੀ ਜੀ ਕਰਕੇ ਬੋਲਿਆ ਜਾਂਦਾ ਸੀ। ਇੱਥੇ ਫਿਰ ਘਾਲਣਾ ਘਾਲ ਰਹੇ ਨੇ ਤੇ ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਅੱਜ ਦਾ ਹੁਕਮਨਾਮਾ ਵੀ ਦਰਬਾਰ ਸਾਹਿਬ ਦਾ ਇਹੋ ਸੀ
ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਮਨ ਚੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਇਹ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਥੋਂ ਫਿਰ ਜਦੋਂ ਜਾਂਦੇ ਨੇ ਪ੍ਰਚਾਰ ਦੌਰੇ 'ਤੇ, ਹੋ ਸਕਦਾ ਹੈ ਭਾਈ ਮਨੀ ਸਿੰਘ ਨੂੰ ਇੱਥੋਂ ਦਾ ਪ੍ਰਬੰਧ ਸੰਭਾਲ ਕੇ ਗਏ ਹੋਣ ਕਿ ਤੁਸੀਂ ਚਲਾਇਓ ਜੇ, ਕੋਈ ਹਵਾਲਾ ਨਹੀਂ ਹੈ। ਹੋ ਸਕਦਾ ਹੈ ਨਾਲ ਨਹੀਂ ਸ਼ਾਇਦ ਗਏ ਹੋਣਗੇ, ਜਿਗਰ ਨਹੀਂ ਹੈ ਨਾਲ ਜਾਣ ਦਾ। ਵੀ ਜਦੋਂ ਮੁਰਪਤ ਪੂਰਬ ਕੀਆ ਸਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਦੋਂ ਪਟਨਾ ਬੰਗਾਲ ਸਾਮ ਤੱਕ ਜਾਂਦੇ ਨੇ, ਉਦੋਂ ਭਾਈ ਮਨੀ ਸਿੰਘ ਦਾ ਕਿਤੇ ਜਿਗਰ ਨਹੀਂ ਆਉਂਦਾ ਵੀ ਨਾਲ ਸਨ। ਹੋ ਸਕਦਾ ਉਦੋਂ ਅਨੰਦਪੁਰ ਟਿਕੇ ਹੋਣ ਅਤੇ ਇੱਥੋਂ ਦੇ ਪ੍ਰਬੰਧ ਨੂੰ ਸੰਭਾਲ ਰਹੇ ਹੋਣ। ਇਹ ਫਿਰ ਜਦੋਂ 1600 ਕਰੀਬ 75 ਦੇ ਵਿੱਚ ਸ਼ਹੀਦੀ ਹੁੰਦੀ ਗੁਰੂ ਤੇਗ ਬਹਾਦਰ ਜੀ, ਇੱਥੋਂ ਤੁਰਦੇ ਨੇ ਫਿਰ ਗੁਰੂ ਤੇਗ ਬਹਾਦਰ ਜੀ ਅਨੰਦਪੁਰੋਂ। ਭਾਈ ਮਨੀ ਸਿੰਘ ਉੱਥੇ ਨੇ ਅਤੇ ਇਹਨਾਂ ਦਾ ਭਰਾ ਨਾਲ ਦਿਆਲਾ ਜੀ ਤੁਰਦੇ ਨੇ। ਫਿਰ ਇਹ ਭਾਈ ਮਨੀ ਸਿੰਘ ਦੇ ਭਰਾ ਭਾਈ ਦਿਆਲਾ ਜੀ ਦਿੱਲੀ ਜਾ ਕੇ ਸ਼ਹੀਦ ਹੋ ਜਾਂਦੇ ਨੇ, ਅਤੇ ਭਾਈ ਮਨੀ ਸਿੰਘ ਅਨੰਦਪੁਰ ਸਾਹਿਬ ਨੇ, ਅਤੇ ਇੱਥੇ ਕਲਗੀਧਰ ਸੱਚੇ ਪਾਤਸ਼ਾਹ ਦੀ ਸੇਵਾ 'ਚ ਹਾਜ਼ਰ ਨੇ। ਅਤੇ ਜਦੋਂ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਪੌਂਟਾ ਸਾਹਿਬ ਜਾਂਦੇ ਨੇ, ਅਤੇ ਭਾਈ ਮਨੀ ਸਿੰਘ ਨਾਲ ਨੇ। ਜਿੱਦਾਂ ਭਾਈ ਮਰਦਾਨਾ ਜੀ ਨੇ ਸਾਥ ਦਿੱਤਾ ਨਾ ਬਹੁਤ ਵੱਡਾ ਗੁਰੂ ਨਾਨਕ ਸਾਹਿਬ ਦਾ, ਅਤੇ ਮੁੜ ਕੇ ਜਾਂ ਫਿਰ ਭਾਈ ਬਾਬਾ ਬੁੱਢਾ ਸਾਹਿਬ, ਅਤੇ ਫਿਰ ਭਾਈ ਮਨੀ ਸਿੰਘ। ਇਸ ਤਰ੍ਹਾਂ ਹੀ ਗੁਰੂ ਦੇ ਨਾਲ ਸਿੱਖ ਚੱਲਦੇ ਹੁੰਦੇ ਸਨ। ਅੱਜ ਦਾ ਸਿੱਖ ਤਾਂ ਗੁਰੂ ਨਾਲ ਵੀ ਸੌਦੇਬਾਜ਼ੀ ਕਰਦਾ ਹੈ ਤਾਂ ਚੱਲਦਾ ਹੈ। ਜੇ 50,000 ਦਿਓਗੇ ਤਾਂ 1.5 ਘੰਟਾ ਲਾਵਾਂਗੇ, ਜੇ 31,000 ਦਿਓਗੇ ਤਾਂ ਘੰਟਾ ਲਾਵਾਂਗੇ। ਮਹਿਲ ਸਿੰਘ ਚੰਡੀਗੜ੍ਹੀਆ ਕਹਿੰਦਾ ਹੈ। ਇਹ ਗੁਰੂ ਨਾਲ ਤਾਂ ਤੁਰਦੇ ਨੇ ਜੇ ਗੁਰੂ ਕੋ ਵੀ ਪੈਸਾ ਲੈਂਦੇ ਨੇ। ਤਾਂ ਗੁਰੂ ਦੇ ਨਾਲ ਤੁਰਨ ਦਾ ਵੀ ਪੈਸਾ ਲੈਂਦੇ ਨੇ ਲੋਕ। ਇਹਨਾਂ ਨੇ ਪ੍ਰਚਾਰ ਕਰਨਾ ਸਿੱਖੀ ਦਾ। ਇਹ ਫਿਰ ਇੱਥੇ ਜਦੋਂ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਪੌਂਟਾ ਸਾਹਿਬ ਜਾਂਦੇ ਨੇ, ਅਤੇ ਭਾਈ ਮਨੀ ਸਿੰਘ ਉੱਥੇ ਨਾਲ ਨੇ, ਅਤੇ ਉੱਥੇ ਫਿਰ ਭੰਗਾਣੀ 'ਚ ਯੁੱਧ ਹੁੰਦਾ ਹੈ, ਅਤੇ ਬਹੁਤ ਵੱਡੇ ਕਰਤੱਬ ਭਾਈ ਮਨੀ ਸਿੰਘ ਜੀ ਦਿਖਾਉਂਦੇ ਨੇ। ਉਦੋਂ ਫਿਰ ਇਹਨਾਂ ਨੂੰ ਦੀਵਾਨ ਦੀ ਪਦਵੀ ਮਿਲਦੀ ਆ। ਉੱਥੇ ਬਹਾਦਰੀ ਦੇ ਜਦੋਂ ਜੌਹਰ ਦਿਖਾਏ ਇਹਨਾਂ ਨੇ, ਇਹ ਗੁਰੂ ਕਰਕੇ ਦੀਵਾਨ ਦੀ ਪਦਵੀ ਮਿਲੀ ਹੈ। ਜਿਹੜਾ ਗੁਰੂ ਦੇ ਬਿਲਕੁਲ ਲਾਗੇ ਬੈਠੇ ਉਸ ਨੂੰ ਦੀਵਾਨ ਬੋਲਿਆ ਜਾਂਦਾ ਸੀ। ਇਹ ਫਿਰ ਜਦੋਂ ਦੂਸਰੀ ਵਾਰੀ ਜਦੋਂ ਨਦਾਉਣ ਦੀ ਜੰਗ ਹੁੰਦੀ ਆ, ਉਦੋਂ ਹੀ ਭਾਈ ਮਨੀ ਸਿੰਘ ਉੱਥੇ ਲੜੇ ਨੇ। ਜਦੋਂ ਫਿਰ ਸਮਾਂ ਆ ਗਿਆ ਅੱਗੇ 1699 ਦਾ, ਅਤੇ 10ਵੇਂ ਪਾਤਸ਼ਾਹ ਨੇ ਆਖਿਆ ਕੋਈ ਹੈ ਸਿੱਖ ਬੇਟਾ ਜੋ ਸੀਸ ਕਰੇ ਭੇਡਾ। ਉਦੋਂ ਫਿਰ ਭਾਈ ਮਨੀ ਸਿੰਘ ਉਹਨਾਂ ਨੇ ਵੀ ਅੰਮ੍ਰਿਤ ਛਕਿਆ, ਸਿੰਘ ਬਣੇ। ਮਨੀਏ ਤੋਂ ਮਨੀ ਸਿੰਘ ਬਣ ਗਏ। ਅਨੰਦਪੁਰ ਨੂੰ ਘੇਰਾ ਪੈ ਗਿਆ, ਅੰਦਰ ਹੀ ਘਿਰ ਗਏ ਭਾਈ ਮਨੀ ਸਿੰਘ ਹੋਣੀ 10ਵੇਂ ਪਾਤਸ਼ਾਹ ਦੇ ਨਾਲ ਹੀ। 8 ਮਹੀਨੇ ਦੇ ਘੇਰੇ ਤੋਂ ਬਾਅਦ ਜਦੋਂ ਭਾਈ ਮਨੀ ਸਿੰਘ ਹੋਣੀ ਨਿਕਲਦੇ ਨੇ ਨਾਲ 10ਵੇਂ ਪਾਤਸ਼ਾਹ ਨੇ, ਅਤੇ ਨਾਲ ਇਹਨਾਂ ਦੇ ਇੱਕ ਭਾਈ ਜਵਾਹਰ ਸਿੰਘ ਹੈ ਦਿੱਲੀ ਦਾ ਰਹਿਣ ਵਾਲਾ। ਉਹ ਮਾਤਾ ਜੀ ਨੂੰ ਨਾਲ ਲੈ ਕੇ ਉੱਥੇ ਜਦੋਂ ਵਿਛੋੜਾ ਪੈ ਜਾਂਦਾ ਹੈ, ਰੋਪੜ ਚਲ ਜਾਂਦੇ ਨੇ ਭਾਈ ਧੰਨਾ ਸਿੰਘ ਦੇ ਘਰ। ਅਤੇ ਉੱਥੇ ਧੰਨਾ ਸਿੰਘ ਦੇ ਨਾਲ ਕੋਈ ਰਿਸ਼ਤੇਦਾਰੀ ਸੀ ਭਾਈ ਜਵਾਹਰ ਸਿੰਘ ਦੀ। ਇੱਥੋਂ ਫਿਰ ਭਾਈ ਮਨੀ ਸਿੰਘ ਜੀ ਹੋਣੀ ਨਾਲ ਨੇ, ਭਾਈ ਜਵਾਹਰ ਸਿੰਘ ਹੋਣੀ ਨਾਲ ਨੇ। ਇੱਥੋਂ ਫਿਰ ਰੱਥ ਦੇ ਵਿੱਚ ਮਾਤਾ ਜੀ ਨੂੰ ਬਿਠਾ ਕੇ ਪੜਦੇ ਦੇ ਨਾਲ ਰੋਪੜ 'ਚੋਂ ਕੱਢਿਆ ਗਿਆ। ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਨੇ ਗੱਡਾ ਦਿੱਤਾ, ਕੋਈ ਦੱਸਦੇ ਨੇ, ਕੋਈ ਰੱਥ ਕਹਿੰਦੇ ਨੇ। ਇਹ ਫਿਰ ਭਾਈ ਮਨੀ ਸਿੰਘ ਜੀ ਮਾਤਾਵਾਂ ਨੂੰ ਲੈ ਕੇ ਦਿੱਲੀ ਪਹੁੰਚ ਜਾਂਦੇ ਨੇ ਭਾਈ ਜਵਾਹਰ ਸਿੰਘ ਦੀ ਹਵੇਲੀ 'ਚ।
ਉੱਥੇ ਭਾਈ ਮਨੀ ਸਿੰਘ ਮਾਤਾ ਜੀ ਦੀ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ 'ਚ ਹਾਜ਼ਰ ਨੇ। ਅਤੇ ਜਦੋਂ ਪਤਾ ਲੱਗਾ ਕਿ ਦਸਵੇਂ ਪਾਤਸ਼ਾਹ ਸਾਬੋ ਕੀ ਤਲਵੰਡੀ ਬੈਠੇ ਨੇ ਅਤੇ ਭਾਈ ਮਨੀ ਸਿੰਘ ਜੀ ਮਾਤਾਵਾਂ ਨੂੰ ਨਾਲ ਲੈ ਕੇ ਸਾਬੋ ਕੀ ਤਲਵੰਡੀ ਆ ਜਾਂਦੇ ਨੇ, ਕਿਉਂਕਿ ਉਦੋਂ ਇਸਤਰੀ ਦਾ ਇਕੱਲੇ ਦਾ ਤੁਰਨਾ ਬੜਾ ਮੁਸ਼ਕਿਲ ਸੀ ਜੰਗਲ ਵੇਲਿਆਂ ਦੇ ਵਿੱਚੋਂ। ਕੁਝ ਸਿੱਖਾਂ ਨੂੰ ਨਾਲ ਲੈ ਕੇ ਭਾਈ ਮਨੀ ਸਿੰਘ ਜੀ ਮਾਤਾਵਾਂ ਨੂੰ ਨਾਲ ਲੈ ਕੇ ਦਸਵੇਂ ਪਾਤਸ਼ਾਹ ਦੇ ਕੋਲ ਸਾਬੋ ਕੀ ਤਲਵੰਡੀ ਪਹੁੰਚ ਜਾਂਦੇ ਨੇ। ਇੱਥੇ ਫਿਰ ਜਦੋਂ ਦਸਵੇਂ ਪਾਤਸ਼ਾਹ 1707 ਨੂੰ ਕੂਚ ਕਰਦੇ ਨੇ ਦੱਖਣ ਨੂੰ, ਅਤੇ ਫਿਰ ਆਗਰੇ ਥਾਈਂ ਦਿੱਲੀ ਆਉਂਦੇ ਨੇ, ਅਤੇ ਇੱਥੇ ਫਿਰ ਮਾਤਾਵਾਂ ਨੂੰ ਇੱਥੇ ਰਹਿਣ ਦਾ ਹੁਕਮ ਕਰਦੇ ਨੇ ਦਸਵੇਂ ਪਾਤਸ਼ਾਹ। ਅਤੇ ਭਾਈ ਮਨੀ ਸਿੰਘ ਨੂੰ ਕਹਿੰਦੇ ਤੁਸੀਂ ਇੱਥੇ ਮਾਫ਼ ਕਰਨਾ। ਇੱਥੇ ਫਿਰ ਜਦੋਂ ਦਮਦਮਾ ਸਾਹਿਬ ਭਾਈ ਮਨੀ ਸਿੰਘ ਆਉਂਦੇ ਨੇ, ਅਤੇ ਇੱਥੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰਵਾਈ ਜਾਂਦੀ ਹੈ, ਅਤੇ ਭਾਈ ਮਨੀ ਸਿੰਘ ਨੂੰ ਉਹਨਾਂ ਨੂੰ ਲਿਖਾਰੀ ਲਵਾਇਆ ਜਾਂਦਾ ਹੈ। ਇਹ ਫਿਰ ਜਦੋਂ ਅੱਗੇ ਦੱਖਣ ਨੂੰ ਕੂਚ ਕਰਦੇ ਨੇ, ਦਿੱਲੀ ਜਾਂਦੇ ਨੇ ਦਸਵੇਂ ਪਾਤਸ਼ਾਹ, ਮਨੀ ਸਿੰਘ ਜੀ ਭਾਈ ਮਨੀ ਸਿੰਘ ਹੋਰੀ ਨਾਲ ਨੇ। ਇਹ ਦਿੱਲੀ ਫਿਰ ਮਾਤਾਵਾਂ ਨੂੰ ਰਹਿਣ ਬਾਰੇ ਕਹਿੰਦੇ ਦਸਵੇਂ ਪਾਤਸ਼ਾਹ, ਪਰ ਮਾਤਾ ਸਾਹਿਬ ਕੌਰ ਬੜਾ ਵਿਰਲਾਪ ਕਰਦੀ ਕਿ ਮੈਂ ਤੁਹਾਡੇ ਨਾਲ ਜਾਣਾ। ਮਾਤਾ ਸੁੰਦਰ ਕੌਰ ਜੀ ਨੂੰ ਇੱਥੇ ਦਿੱਲੀ ਰਹਿਣ ਦਾ ਹੁਕਮ ਸੀ, ਉਹ ਰਹਿ ਪਏ ਨੇ। ਭਾਈ ਮਨੀ ਸਿੰਘ ਇੱਥੇ ਨਾਲ ਰਹੇ ਨੇ ਫਿਰ ਮਾਤਾ ਸੁੰਦਰ ਕੌਰ ਦੀ ਸੇਵਾ ਦੇ ਵਿੱਚ। ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਨੇ, ਅਤੇ ਫਿਰ ਇੱਧਰ ਬੰਦਾ ਸਿੰਘ ਬਹਾਦਰ 1710 ਦੇ ਵਿੱਚ ਆਣ ਕੇ ਸਰਹੰਦ 'ਤੇ ਹੱਲਾ ਬੋਲਦਾ, ਅਤੇ ਫਿਰ 12 ਦੇ ਵਿੱਚ ਇੱਥੋਂ ਬੰਦਾ ਸਿੰਘ ਬਹਾਦਰ ਨੂੰ ਕੱਢਿਆ ਜਾਂਦਾ, ਅਤੇ ਬਾਦਸ਼ਾਹ ਵੱਲੋਂ ਹੁਕਮ ਜਾਰੀ ਕੀਤਾ ਜਾਂਦਾ ਕਿ ਸਿੱਖੀ ਦਾ ਖੁਰਾ ਖੋਜ ਮਿਟਾ ਦਿੱਤਾ ਜਾਵੇ। ਅਤੇ ਭਾਈ ਮਨੀ ਸਿੰਘ ਰਹਿ ਰਹੇ ਨੇ ਦਿੱਲੀ ਮਾਤਾ ਜੀ ਦੇ ਕੋਲ, ਅਤੇ ਬੜੀ ਹਾਲਤ ਡਾਵਾਂ ਡੋਲ ਹੋ ਗਈ। ਸਿੱਖ ਜੰਗਲ ਬੇਲਿਆਂ ਨੂੰ ਤੁਰ ਗਏ, ਘਰ ਛੱਡ ਗਏ। ਫਿਰ ਸੰਗਤਾਂ ਨੇ ਬੇਨਤੀ ਕੀਤੀ ਕਿ ਦਰਬਾਰ ਸਾਹਿਬ ਦਾ ਪ੍ਰਬੰਧ ਬੜਾ ਢਿੱਲਾ ਪੈ ਗਿਆ ਹੈ। ਪ੍ਰਿਥੀ ਚੰਦ ਦੀ ਔਲਾਦ ਵੀ ਉੱਥੋਂ ਤੁਰ ਗਈ ਕਿਤੇ। ਉਦੋਂ ਫਿਰ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਦਿੱਲੀ ਤੋਂ, ਇਹ ਕਰੀਬ 1720-21 ਦੇ ਲਾਗੇ ਦੀ ਸ਼ਾਇਦ ਗੱਲ ਹੈ, ਦਰਬਾਰ ਸਾਹਿਬ ਦਾ ਪ੍ਰਬੰਧ ਕਰਨ ਵਾਸਤੇ, ਕਿਉਂਕਿ ਉਹ ਪਹਿਲੇ ਬਚਪਨ ਤੋਂ ਗੁਰੂ ਘਰ ਦਾ ਪ੍ਰਬੰਧ ਕਰਦੇ ਆ ਰਹੇ ਨੇ। ਨਲਾਇਕ ਵਿਅਕਤੀ ਥੋੜ੍ਹਾ ਸਨ। ਅੱਜ ਕੱਲ੍ਹ ਦੇ ਜਿਹੜੇ ਪ੍ਰਬੰਧਕ ਨੇ ਕੋਈ ਪਤਾ ਨਹੀਂ ਮਰਜ਼ਾਦਾ ਕੀ ਹੁੰਦੀ, ਅਤੇ ਗੁਰਦੁਆਰਿਆਂ ਦੇ ਅਸੀਂ ਪ੍ਰਬੰਧਕ ਵਾਂ ਜੀ, ਅਸੀਂ ਪ੍ਰਧਾਨ ਬਣ ਜਾਂਦੇ ਹਾਂ। ਖੈਰ ਫਿਰ ਇੱਥੇ ਆਣ ਕੇ ਜਦੋਂ ਪ੍ਰਬੰਧ ਚਲਾਉਂਦੇ ਨੇ ਉਹ, ਅਤੇ ਇੱਥੇ ਵੀ ਮਸਲਾ ਖੜ੍ਹਾ ਹੋ ਗਿਆ। 2 ਹਿੱਸਿਆਂ 'ਚ ਕੌਮ ਵੰਡੀ ਗਈ, ਬੰਦਈ ਖਾਲਸਾ, ਤੱਤ ਖਾਲਸਾ। ਫਿਰ ਝਗੜਾ ਵੱਧ ਗਿਆ। ਫਿਰ ਝਗੜਾ ਭਾਈ ਮਨੀ ਸਿੰਘ ਦੇ ਕੋਲ ਦਰਬਾਰ ਸਾਹਿਬ ਜਾਂਦਾ, ਦੋਵੇਂ ਧਿਰਾਂ ਆਉਂਦੀਆਂ। ਭਾਈ ਮਨੀ ਸਿੰਘ ਹੁਣੀ ਪਰਚੀਆਂ ਪਾਉਂਦੇ ਨੇ ਸਰੋਵਰ ਦੇ ਵਿੱਚ ਵੀ ਜਿਹਦੀ ਤਰ ਗਈ ਉਹ ਜਿੱਤ ਗਿਆ। ਤੱਤ ਖਾਲਸਾ ਅਤੇ ਬੰਦਈ ਖਾਲਸਾ ਲਿਖ ਕੇ ਪਰਚੀਆਂ ਪਾਈਆਂ ਗਈਆਂ, ਬੰਦਈ ਖਾਲਸਾ ਵਾਲੀ ਡੁੱਬ ਗਈ, ਤੱਤ ਖਾਲਸੇ ਦਾ ਫਿਰ ਬੋਲਬਾਲਾ ਹੋ ਗਿਆ। ਇਸ ਤਰ੍ਹਾਂ ਝਗੜਾ ਨਿਬੇੜਿਆ। ਫਿਰ ਭਾਈ ਮਨੀ ਸਿੰਘ ਬੜੇ ਮਿੱਠ ਬੋਲੜੇ ਸੁਭਾਅ ਦੇ ਸਨ। ਇਹਨਾਂ ਨੇ ਫਿਰ ਸਮੇਂ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਕੋਲ ਆਗਿਆ ਮੰਗੀ ਕਿ ਅਸੀਂ ਸਿੱਖਾਂ ਦਾ ਇਕੱਠ ਕਰਨਾ ਚਾਹੁੰਦੇ ਹਾਂ, ਅਤੇ ਉਹਨੇ ਆਖਿਆ ਤਾਂ ਹੋ ਸਕਦਾ, ਪਹਿਲੋਂ ਤੁਹਾਨੂੰ ਟੈਕਸ ਤਾਰਨਾ ਪਵੇਗਾ। 5000 ਟਕਾ ਸ਼ਾਇਦ ਕਿਹਾ, ਕਈਆਂ ਨੇ 10,000 ਟਕਾ ਲਿਖਿਆ, ਆਪੋ ਆਪਣੇ ਇਤਿਹਾਸ ਹੈ। ਭਾਈ ਸਾਹਿਬ ਨੇ ਆਖਿਆ ਕੋਈ ਗੱਲ ਨਹੀਂ, ਸੰਗਤਾਂ ਆਉਣਗੀਆਂ, ਅਸੀਂ ਟੈਕਸ ਤਾਰ ਦਿਆਂਗੇ। ਸੰਗਤਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਕਿ ਦੀਵਾਲੀ ਉੱਤੇ ਸੰਗਤਾਂ ਨੇ ਚੱਲ ਕੇ ਆਉਣਾ। ਪਰ ਉੱਧਰ ਕਲਾਨੌਰ ਦਾ ਰਹਿਣ ਵਾਲਾ ਲਖਪਤ ਰਾਏ, ਇਹਨੇ ਫਿਰ ਜ਼ਕਰੀਆ ਖਾਨ ਦੇ ਕੰਨ ਭਰੇ ਵੀ ਹੁਣ ਵੱਡਾ ਸ਼ਿਕਾਰ ਹੋ ਸਕਦਾ ਹੀ। ਅੱਗੇ ਤਾਂ ਘਰਾਂ 'ਚੋਂ ਲੱਭਣੇ ਪੈਂਦੇ ਸੀ, ਕਮਾਦਾਂ 'ਚੋਂ ਲੱਭਣੇ ਪੈਂਦੇ ਸੀ, ਜੰਗਲਾਂ 'ਚੋਂ ਲੱਭੇ ਪੈਂਦੇ, ਹੁਣ ਸਾਰੇ ਆ ਜਾਣੇ ਇਕੱਠੇ ਹੋ ਗਏ, ਅਤੇ ਹੁਣ ਵੱਡਾ ਸ਼ਿਕਾਰ ਕਰੀਏ ਇਹਨਾਂ ਦਾ। ਉਹਨਾਂ ਨੇ ਫਿਰ ਜ਼ਕਰੀਆ ਖਾਨ ਨੇ ਜਿਹੜਾ ਅੰਮ੍ਰਿਤਸਰ ਤੋਂ ਥੋੜ੍ਹੀ ਦੂਰ ਹਟਵੀਂ ਰਾਮ ਤੀਰਥ, ਉੱਥੇ ਫੌਜਾਂ ਦੇ ਡੇਰੇ ਲਵਾਤੇ। ਫਿਰ ਜਦੋਂ ਇਕੱਠ ਹੋਇਆ ਅਤੇ ਭਾਰੀ ਨੁਕਸਾਨ ਕਰਕੇ, ਵੱਢ ਟੋਕ ਕਰਕੇ ਇਹਨਾਂ ਨੂੰ ਖਤਮ ਕੀਤਾ ਜਾਵੇ।
ਤੇ ਭਾਈ ਮਨੀ ਸਿੰਘ ਉਹਨਾਂ ਨੂੰ ਪਤਾ ਲੱਗ ਗਿਆ ਵੀ ਫੌਜਾਂ ਤੇ ਪਹਿਲਾਂ ਹੀ ਉਤਰ ਆਈਆਂ ਦਰਬਾਰ ਸਾਹਿਬ ਤੋਂ ਹਟਵੀਆਂ। ਇਹਨਾਂ ਨੇ ਫਿਰ ਸਿੱਖ ਸੰਗਤਾਂ ਨੂੰ ਅਪੀਲਾਂ ਕੀਤੀਆਂ ਵੀ ਕੋਈ ਦੀਵਾਲੀ 'ਤੇ ਅੰਮ੍ਰਿਤਸਰ ਨਾ ਆਇਓ ਜੇ, ਸਮੇਂ ਦੀ ਹਕੂਮਤ ਦੀ ਨਿਗਾਹ ਬਦਲ ਗਈ ਹੈ। ਸੰਗਤਾਂ ਇਕੱਠੀਆਂ ਨਹੀਂ ਹੋਈਆਂ, ਉਹਨਾਂ ਦੇ ਮਨਸੂਬੇ ਧਰੇ ਦੇ ਧਰੇ ਰਹਿ ਗਏ, ਸ਼ਿਕਾਰ ਹੋ ਨਹੀਂ ਸਕਿਆ। ਲਖਪਤ ਰਾਏ ਕਰਨਾ ਚਾਹੁੰਦਾ ਸੀ ਸਿੱਖਾਂ ਦਾ ਸ਼ਿਕਾਰ। ਹੁਣ ਭਾਈ ਮਨੀ ਸਿੰਘ ਨੂੰ ਆਖਿਆ ਵੀ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ ਟੈਕਸ ਤਾਰਾਂਗੇ ਦੀਵਾਲੀ ਦਾ, ਦਿਓ ਟੈਕਸ। ਕਹਿੰਦੇ ਟੈਕਸ ਤਾਂ ਹੀ ਤਾਰਨਾ ਸੀ ਜੇ ਇਕੱਠ ਹੁੰਦਾ, ਸੰਗਤਾਂ ਆਉਂਦੀਆਂ, ਇਕੱਠ ਨਹੀਂ ਹੋਇਆ ਤੇ ਟੈਕਸ ਕਿੱਥੋਂ ਦਿੱਤਾ ਜਾ ਸਕਦਾ। ਇਹ ਫਿਰ ਬਹਾਨਾ ਹੁੰਦਾ ਹੈ, ਹਕੂਮਤ ਨੂੰ ਕੋਈ ਨਾ ਕੋਈ ਬਹਾਨਾ ਲੱਭ ਗਿਆ। ਭਾਈ ਮਨੀ ਸਿੰਘ ਦੇ ਵਾਰੰਟ ਜਾਰੀ ਹੋ ਗਏ ਅਤੇ ਆਖਿਆ ਇਹਨੂੰ ਗ੍ਰਿਫਤਾਰ ਕਰਕੇ ਅਤੇ ਹਲੌਰ ਲੈ ਕੇ ਆਓ। ਵਾਰੰਟ ਆ ਗਏ ਅਤੇ ਭਾਈ ਮਨੀ ਸਿੰਘ ਨੂੰ ਉਹਨਾਂ ਨੂੰ ਪਤਾ ਲੱਗ ਗਿਆ। ਅਤੇ ਭਾਈ ਮਨੀ ਸਿੰਘ ਨੂੰ ਪਤਾ ਸੀ ਵੀ ਲਾਹੌਰ ਪਹਿਲੋਂ ਵੀ ਬੜਾ ਕੁਛ ਹੋ ਚੁੱਕਾ ਹੈ, ਗੁਰੂ ਅਰਜਨ ਸਾਹਿਬ ਵੀ ਉੱਥੇ ਸ਼ਹੀਦ ਹੋਏ ਨੇ। ਨਖਾਸ ਚੌਂਕ ਦਾ ਭਾਈ ਮਨੀ ਸਿੰਘ ਨੂੰ ਪਤਾ ਸੀ ਅਤੇ ਉਹਨੇ ਆਖਿਆ ਵੀ ਮੈਂ ਜਿੱਧਰ ਨੂੰ ਚੱਲਿਆ ਉੱਥੇ ਪਰਚਾ ਬੜਾ ਕਰੜਾ ਪੈਣਾ ਵਾ। ਅੱਗੇ ਜਿਹੜਾ ਇਮਤਿਹਾਨ ਲੈਣ ਵਾਲਾ ਬੈਠਾ ਜ਼ਕਰੀਆ ਖਾਂ, ਬੜਾ ਕਰੜਾ ਵਾ ਅਤੇ ਪਰਚਾ ਬੜਾ ਕਰੜਾ ਪੈਣਾ ਜੇ। ਅਤੇ ਕਹਿੰਦੇ ਇਤਿਹਾਸ ਬੋਲਦਾ ਕਿ ਭਾਈ ਉਹ ਕਈ ਊਲ ਜੋਲ ਵੀ ਲਿਖ ਦਿੰਦੇ ਨੇ ਕਿ ਭਾਈ ਮਨੀ ਸਿੰਘ ਨੇ ਛੋਟੀਆਂ ਛੋਟੀਆਂ ਪੋਥੀਆਂ ਲਿਖਤੀਆਂ ਸੀ ਅਤੇ ਪੰਥ ਨੇ ਸ਼ਰਾਪ ਦੇ ਦਿੱਤਾ ਸੀ, ਤੇਰੇ ਬੰਦ ਬੰਦ ਕੱਟੇ ਜਾਣਗੇ, ਤੂੰ ਬਾਣੀ ਨੂੰ ਪੋਥੀਆਂ 'ਚ ਵੰਡ ਦਿੱਤਾ। ਐਸਾ ਨਹੀਂ ਹੈ, ਇਹ ਝੂਠ ਲਿਖਿਆ। ਰਤਨ ਸਿੰਘ ਭੰਗੂ ਦੀ ਕਿਤਾਬ ਵਿੱਚ ਵੀ ਝੂਠ ਹੀ ਲਿਖਿਆ ਹੈ। ਵਾਹਿਗੁਰੂ ਰੱਬ ਖੈਰ ਕਰੇ। ਇਹ ਫਿਰ ਜਦੋਂ ਆਖਿਆ ਵੀ ਪਰਚਾ ਬੜਾ ਕਰੜਾ ਪੈਣਾ, ਫਿਰ ਭਾਈ ਮਨੀ ਸਿੰਘ ਨੇ ਅਰਦਾਸ ਕਰਾਈ ਪੰਜਾਂ ਪਿਆਰਿਆਂ ਕੋ ਕਿ ਮੈਂ ਜਿੱਥੇ ਚੱਲਿਆ ਉੱਥੇ ਪਰਚਾ ਬੜਾ ਕਰੜਾ ਪੈਣਾ, ਜੇ ਮੇਰੀ ਅਰਦਾਸ ਕਰੋ, ਜੇ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਸਿੰਘਾਂ ਨੇ ਅਰਦਾਸ ਕੀਤੀ, ਆਖਿਆ ਗੁਰੂ ਅੱਗੇ ਅਰਦਾਸ ਹੋ ਗਈ ਹੈ, ਜਾਓ ਤੁਸੀਂ। ਉੱਥੇ ਜਦੋਂ ਗਏ ਅਤੇ ਗੱਲ ਲੰਬੀ ਨਾ ਹੋਵੇ, ਸਾਰੀ ਜਾਣਦੇ ਹੋ ਤੁਸੀਂ, ਆਖਿਆ ਵੀ ਇਹਦਾ ਬੰਦ ਕੱਟ ਦਿੱਤਾ ਜਾਵੇ। ਜਦੋਂ ਜਲਾਦ ਟੋਕਾ ਲੈ ਕੇ ਆਇਆ ਅਤੇ ਉਹਨੇ ਗੁੱਟ ਫੜ ਲਿਆ, ਕਹਿੰਦੇ ਜੋ ਬੋਲਦਾ ਇਤਿਹਾਸ। ਉਹਨੇ ਆਖਿਆ ਨਹੀਂ ਨਹੀਂ ਨਹੀਂ, ਬੰਦ ਦਾ ਤੈਨੂੰ ਹੁਕਮ ਹੈ, ਤੂੰ ਟਕਿਆਂ ਦੀ ਖਾਤਰ ਹੁਕਮ ਪਿਆ ਵਜਾਂਦਾ ਹੈ। ਅਤੇ ਬੰਦ ਤਾਂ ਉਂਗਲ ਦਾ ਸ਼ੁਰੂ ਹੁੰਦਾ ਹੈ, ਪੋਟੇ ਤੋਂ ਸ਼ੁਰੂ ਹੁੰਦਾ ਹੈ, ਇਹ ਗੁੱਟ ਤੱਕ ਅਤੇ 4 ਬੰਦ ਬਣ ਜਾਂਦੇ ਨੇ। ਤੂੰ ਬੰਦ ਹੀ ਘੱਟ। ਇਹ ਗੱਲਾਂ ਕਹਿਣੀਆਂ ਅਤੇ ਸੁਣਨੀਆਂ ਬੜੀਆਂ ਸਖਾਲੀਆਂ। ਜਦੋਂ ਕਿਤੇ ਪਰਚੇ ਪੈ ਜਾਣ, ਕਬੀਰ ਕਸੌਟੀ ਰਾਮ ਕੀ, ਇਹ ਪਤਾ ਨਹੀਂ ਉਹ ਆਪਣਿਆਂ ਨੂੰ ਜਦੋਂ ਕਸੌਟੀ ਲਾਉਂਦਾ ਵੀ ਬੜੀ ਸਖਤ ਵਾ, ਪਤਾ ਨਹੀਂ ਉਹ ਕਿਉਂ ਇਸ ਤਰ੍ਹਾਂ ਕਰਦਾ ਹੈ। ਹਾਂਜੀ, ਨੇ ਮਨਸੂਰ ਚੜ੍ਹਾਇਆ ਸੂਲੀ, ਉਹਨੇ ਆਪਣਿਆਂ ਨੂੰ ਆਹ ਕੁਛ ਕੀਤਾ ਅਤੇ ਬੰਦਿਆ ਤੂੰ ਕਿਹੜੇ ਬਾਗ ਦੀ ਮੂਲੀ ਹੈ। ਉਹਦੇ ਮਨਸੂਰ ਵਰਗੇ ਖੁਦਾ ਤੱਕ ਪਹੁੰਚਿਆ ਨੂੰ ਸੂਲੀਆਂ 'ਤੇ ਟੰਗ ਛੱਡਿਆ ਉਹਨੇ। ਇਹ ਫਿਰ ਕਬੀਰ ਕਸੌਟੀ ਰਾਮ ਕੀ, ਝੂਠਾ ਟਕੇ ਨਾ ਕੋਏ। ਰਾਮ ਕਸੌਟੀ ਸੋਸ ਹੈ, ਜੋ ਮਰਜੀਵਾ ਹੋਏ ਅਤੇ ਮਰਜੀਵੇ ਵਰਗਾ। ਭਾਈ ਮਨੀ ਸਿੰਘ ਵਰਗਾ ਕੋਈ ਮਰਜੀਵਾ ਹੋ ਸਕਦਾ ਸੀ। ਇਹ ਫਿਰ ਜਦੋਂ ਬੰਦ ਕੱਟੇ ਗਏ ਭਾਈ ਮਨੀ ਸਿੰਘ ਦੇ, ਸ਼ਹੀਦ ਕਰ ਦਿੱਤਾ ਗਿਆ। ਉੱਥੇ ਉਹਨਾਂ ਦੀ ਯਾਦ 'ਚ ਗੁਰਦੁਆਰਾ। ਫਿਰ ਜਦੋਂ ਉਹਨਾਂ ਦੇ ਭਤੀਜੇ ਨੂੰ ਪਤਾ ਲੱਗਾ, ਅਗੜ ਸਿੰਘ ਨੂੰ, ਵੀ ਮੇਰੇ ਚਾਚੇ ਦੇ 'ਤੇ ਫਤਵਾ ਲਾਉਣ ਵਾਲਾ ਕਾਜੀ ਕਿਹੜਾ ਹੈ, ਫਿਰ ਉਹਨਾਂ ਦੇ ਭਤੀਜੇ ਨੇ ਜਾ ਕੇ ਉਹਦਾ ਸਿਰ ਵੱਢਿਆ ਸੀ। ਤੂੰ ਧਰਮ ਦੇ ਕੱਪੜੇ ਪਾ ਕੇ ਇੰਨੀ ਗੰਦੀ ਸੋਚ ਰੱਖਦਾ ਹੈ, ਤੂੰ, ਤੇਰੇ ਧਰਮ ਦੇ ਕੱਪੜਿਆਂ 'ਚ ਇੰਨੀ ਗੰਦਗੀ ਛਿਪੀ ਹੋਈ ਆ। ਉਹਦਾ ਸਿਰ ਵੱਢ ਕੇ ਉਹਨਾਂ ਦੇ ਭਤੀਜੇ ਨੇ, ਅਗੜ ਸਿੰਘ ਨੇ, ਆਪਣੇ ਚਾਚੇ ਦਾ ਬਦਲਾ ਲਿਆ ਸੀ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਗੁਰੂ ਤੋਂ ਜ਼ਿੰਦਗੀ ਲੇਖੇ ਲਾਈ, ਆਖਰੀ ਦਮ ਤਾਂ ਸੇਵਕ ਕੀ ਓੜਕ ਨਿਭੀ। ਅੱਜ ਸ਼ਬਦ ਲੱਗਾ ਸੀ ਦਰਬਾਰ ਸਾਹਿਬ, ਸੇਵਕ ਕੀ ਓੜਕ ਨਿਭੀ ਪ੍ਰੀਤ,
ਜੀਵਤ ਸਹਿਬ ਸੇਵੇ ਆਪਣਾ ਚਲ ਤੇ ਰਾਖਿਓ ਚੀਤ।